ਕੈਨੇਡਾ ਤੇ ਚੀਨ ਵਿਚਾਲੇ ਛਿੜੇ ਵਿਵਾਦ ਤੋਂ ਬਾਅਦ ਭਾਰਤੀ ਕੈਨੇਡੀਅਨਸ ਦੁਆਰਾ ਚੀਨ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਰੋਸ ਜ਼ਾਹਰ ਕੀਤਾ ਗਿਆ। ਵੈਨਕੂਵਰ 'ਚ ਭਾਰਤੀ ਮੂਲ ਦੇ ਕੈਨੇਡੀਅਨਸ ਦੁਆਰਾ ਚੀਨੀ ਕੌਂਸੂਲੇਟ ਅੱਗੇ 4 ਜੁਲਾਈ ਨੂੰ ਰੋਸ ਵਿਖਾਵਾ ਕੀਤਾ ਗਿਆ। ਇਹ ਰੋਸ ਵਿਖਾਵਾ ਨਾਮੀ ਭਾਰਤੀ ਮੂਲ ਦੇ ਕੈਨੇਡੀਅਨਸ ਨਾਗਰਿਕ ਅਤੇ ਰੇਡੀਓ ਇੰਡੀਆ ਦੇ ਮਾਲਕ ਸੰਚਾਲਕ ਮਨਿੰਦਰ ਗਿੱਲ ਦੀ ਅਗਵਾਈ ਵਾਲੇ ਗਰੁੱਪ ਫਰੈਂਡਸ ਆਫ ਇੰਡੀਆ ਦੀ ਪਹਿਲ ਕਦਮੀ ਤੇ ਕੀਤਾ ਗਿਆ ਸੀ। ਇਹ ਸ਼ਾਂਤ ਮੁਜ਼ਾਹਰਾ ਸੀ। ਚੀਨੀ ਅਧਿਕਾਰੀਆਂ ਨੇ 2 ਕੈਨੇਡੀਅਨਸ ਮਾਈਕਲ ਕੋਵਰਿਕ ਤੇ ਮਾਈਕਲ ਸਪੇਵਰ ਨੂੰ ਗ੍ਰਿਫਤਾਰ ਕੀਤਾ ਹੋਇਆ। ਦੋਵਾਂ ਦੇਸ਼ਾਂ ਦੇ ਵਿਚਕਾਰ ਸਬੰਧਾਂ 'ਚ ਤਣਾਅ ਉਦੋਂ ਸ਼ੁਰੂ ਹੋਇਆ ਸੀ ਜਦੋਂ ਚੀਨ ਨੇ 10 ਦਸੰਬਰ 2018 ਕੈਨੇਡਾ ਦੇ ਸਾਬਕਾ ਸਫੀਵ ਮਾਈਕਲ ਕੋਵਰਿਕ ਅਤੇ ਇੱਕ ਕਾਰੋਬਾਰੀ ਮਾਈਕਲ ਸਪੇਵਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਚੀਨ ਨੇ ਇਹਨਾਂ ਦੋਵਾਂ ਕੈਨੇਡੀਅਨਸ ਨਾਗਰਿਕਾਂ ਤੇ ਜਾਸੂਸੀ ਕਰਨ ਦਾ ਦੋਸ਼ ਲਾਇਆ। ਦਰਅਸਲ ਚੀਨ ਵਿੱਚ ਹੁਵੇਈ ਦੇ ਸੰਸਥਾਪਕ ਅਤੇ CEO ਰੇਨ ਜੈਂਗਫੇਈ ਦੀ ਧੀ ਮੈਂਗੂ ਵਾਂਗਸੂ ਨੂੰ 1 ਦਸੰਬਰ 2018 ਨੂੰ ਅਮਰੀਕੀ ਸਰਕਾਰ ਦੀ ਬੇਨਤੀ ਤੇ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਇਹਨਾਂ ਦੋਵਾਂ ਕੈਨੇਡੀਅਨਸ ਨੂੰ ਗ੍ਰਿਫਤਾਰ ਕੀਤੇ 555 ਦਿਨ ਹੋ ਗਏ ਹਨ। ਇਹ ਪ੍ਰੋਟੈਸਟ ਬੀਜਿੰਗ ਨੂੰ ਸਖਤ ਸੰਦੇਸ਼ ਭੇਜਣ ਲਈ ਹੈ। ਉਹਨਾਂ ਦੋਵਾਂ ਨੂੰ ਜਲਦ ਰਿਹਾ ਕੀਤਾ ਜਾਵੇ। ਉੱਥੇ ਹੀ ਕੈਨੇਡਾ ਦੇ ਵੈਨਕੂਵਰ 'ਚ ਸਾਡੇ ਸਹਿਯੋਗੀ ਅਰਸ਼ ਬਟੂ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਜਿਵੇਂ ਤੁਸੀਂ ਮੇਰੇ ਪਿੱਛੇ ਦੇਖਿਆ ਕਿ ਅੱਜ ਪ੍ਰੋਟੈਸਟ ਹੋ ਰਿਹਾ ਹੈਗਾ ਹਾਂਗਕਾਂਗਰਸ ਦੇ ਵੱਲੋਂ, ਕੈਨੇਡੀਅਨ ਇੰਡੀਅਨ ਦੇ ਵੱਲੋਂ, ਚਾਈਨੀਜ਼ ਦੇ ਵੱਲੋਂ, ਜਿਹੜੇ ਚਾਈਨੀ ਕਮਿਊਨਿਸਟ ਪਾਰਟੀ ਹੈ ਉਹਨਾਂ ਦੇ ਵਿਰੋਧ ਵਿੱਚ ਹੋ ਰਿਹਾ ਹੈ। ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਤਾਂ ਕਿ ਜੋ ਕੈਨੇਡੀਅਨ ਮਾਈਕਲਸ ਨੇ, 2 ਮਾਈਕਲ ਜਿਨ੍ਹਾਂ ਨੂੰ ਕੈਦ ਕਰਕੇ ਰੱਖਿਆ ਗਿਆ ਚੀਨ ਦੇ ਵਿੱਚ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਨਾਲ ਨਾਲ ਤਿੱਬਤੀ ਲੋਕ ਵੀ ਇਕੱਠੇ ਹੋਏ ਨੇ ਕਿ ਤਿੱਬਤ ਨੂੰ ਫ੍ਰੀ ਕੀਤਾ ਜਾਵੇ। ਹਾਂਗਕਾਂਗਰਸ ਦਾ ਜੋ ਨਵਾਂ ਲਾਅ ਸੁਰੱਖਿਆ ਕਾਨੂੰਨ ਬਣਿਆ ਉਸ ਨੂੰ ਹਟਾਇਆ ਜਾਵੇ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਡਿਮਾਂਡ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ। ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ ਡਾਊਨਟਾਊਨ ਵੈਨਕੂਵਰ ਦੇ ਵਿੱਚ, ਜਿੱਥੇ ਕਿ ਇਹ ਸਾਰਾ ਪ੍ਰੋਟੈਸਟ ਚਾਈਨੀਜ਼ ਐਮਬੈਸੀ ਦੇ ਬਾਹਰ ਕੀਤਾ ਜਾ ਰਿਹਾ ਤੇ ਲੋਕਾਂ ਦੀ ਮੰਗਾਂ ਨੇ ਜੋ ਪੂਰੀਆਂ ਕਰਨ ਦੇ ਲਈ ਚਾਈਨੀਜ਼ ਕਮਿਊਨਿਸਟ ਪਾਰਟੀ ਨੂੰ ਕਿਹਾ ਜਾ ਰਿਹਾ। ਦਿਸ ਇਜ਼ ਅਰਸ਼ਦੀਪ ਰਿਪੋਰਟਿੰਗ ਫॉर FYI ਮੀਡੀਆ। ਸੋ ਅੱਜ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਜੋ ਕਿ ਫਰੈਂਡਸ ਆਫ ਇੰਡੀਆ ਗਰੁੱਪ ਤੇ ਨਾਲ ਰੇਡੀਓ ਇੰਡੀਆ ਤੋਂ ਮਨਿੰਦਰ ਗਿੱਲ ਜਿਨ੍ਹਾਂ ਨੇ ਇਹ ਪ੍ਰੋਟੈਸਟ ਨੂੰ ਪਲਾਨ ਕੀਤਾ ਤੇ ਇਸ ਨੂੰ ਕਰਵਾਇਆ ਗਿਆ ਇਹਨਾਂ ਦੇ ਵੱਲੋਂ। ਸੋ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਕੀ ਕਹਿਣਾ। ਸੋ ਮਿਸਟਰ ਗਿੱਲ, ਵੈਲਕਮ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ, ਤੁਸੀਂ ਕਵਰ ਕਰਨਾ ਹੈ। ਬਾਕੀ ਜਿਹੜਾ ਇਹ ਪ੍ਰੋਟੈਸਟ ਆ ਅਸੀਂ ਐਜ਼ ਆ ਕੈਨੇਡੀਅਨ ਰੱਖਿਆ ਹੈਗਾ ਵਾ, ਕਿਉਂਕਿ ਕੈਨੇਡਾ ਦੇ 2 ਸਿਟੀਜ਼ਨ ਜਿਹੜੇ ਦੋਨੋਂ ਮਾਈਕਲਸ ਚਾਈਨਾ ਨੇ ਅਨਲਾਫੁਲੀ 2018 ਤੋਂ ਆਪਣੀ ਕਬਜ਼ੇ 'ਚ ਰੱਖੇ ਹੋਏ ਆ। ਇਸ ਕਰਕੇ ਅਸੀਂ ਉਹਨਾਂ ਦੀ ਰਿਲੀਜ਼ ਮੰਗਦੇ ਹਾਂ ਇਮੀਡੀਏਟਲੀ ਤੇ ਕੈਨੇਡੀਅਨ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਕਿ ਜੇ ਚਾਈਨਾ ਇਸੇ ਤਰ੍ਹਾਂ ਬੁਲਿੰਗ ਕਰਦਾ ਤੇ ਉਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ। ਸੋ ਇੰਨੇ ਲੋਕ ਤੁਹਾਡੇ ਨਾਲ ਇਕੱਠੇ ਹੋਏ ਆ, ਤਿੱਬਤ ਵਾਲੇ ਵੀ ਹੈ, ਕੈਨੇਡੀਅਨ ਵਾਲੇ ਵੀ ਹੈ। ਸੋ ਇਹਨਾਂ ਦਾ ਅੰਬੈਸੀ ਦੇ ਬਾਹਰ, ਚਾਈਨੀਜ਼ ਅੰਬੈਸੀ ਦੇ ਬਾਹਰ ਜਿਹੜਾ ਪ੍ਰੋਟੈਸਟ ਹੋ ਰਿਹਾ ਹੈਗਾ, ਰਿਸਪੌਂਸ ਕੀ ਉਮੀਦ ਕਰ ਰਹੇ ਹੋ ਤੁਸੀਂ? ਦੇਖੋ ਜੀ, ਸਾਨੂੰ ਇਜਾਜ਼ਤ ਤਾਂ 100 ਬੰਦੇ ਦੀ ਮਿਲੀ ਸੀਗੀ ਪ੍ਰੋਟੈਸਟ ਕਰਨ ਲਈ, ਪਰ ਅਸੀਂ ਮੈਸੇਜ ਜਿਹੜੇ ਬੰਦਿਆਂ ਨੂੰ ਭੇਜਿਆ ਸੀਗਾ, ਬਾਕੀ ਮੇਰੇ ਪਰਸਨਲ ਲਿੰਕ ਹੈਗੇ ਆ, ਮੈਂ ਪੰਜਾਬੀ ਕਮਿਊਨਿਟੀ ਨੂੰ ਜਿੰਨਿਆਂ ਨੂੰ ਮੈਸੇਜ ਭੇਜਿਆ ਸਾਰੇ ਆਏ ਆ। ਬਹੁਤ ਸਾਰੇ ਗੁਰਦੁਆਰਿਆਂ ਦੇ ਮੈਂਬਰ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ, ਹਿੰਦੂ ਕਮਿਊਨਿਟੀ ਦੇ ਮੈਂਬਰ, ਹਿੰਦੂ ਮੰਦਰਾਂ ਦੇ ਮੈਂਬਰ ਸਾਰੇ ਆਏ ਆ। ਬਾਕੀ ਅਸੀਂ ਮੈਸੇਜ ਤਿੱਬਤਨ ਕਮਿਊਨਿਟੀ ਨੂੰ, ਹਾਂਗਕਾਂਗ ਵਾਲਿਆਂ ਨੂੰ, ਤਾਇਵਾਨ ਵਾਲਿਆਂ ਨੂੰ ਤੇ ਹੋਰਾਂ ਨੂੰ ਵੀ ਭੇਜਿਆ ਸੀਗਾ। ਸੋ ਇਸ ਕਰਕੇ ਉਹਨਾਂ ਕਮਿਊਨਿਟੀਆਂ ਦੇ ਵੀ ਨੁਮਾਇੰਦੇ ਜਿਹੜੇ ਆ ਆਣ ਕੇ ਤੇ ਅੱਜ ਉਹ ਸਪੋਰਟ ਕਰ ਰਹੇ ਆ ਸਾਡੀ ਜਿਹੜੇ ਫਰੈਂਡਸ ਆਫ ਕੈਨੇਡਾ ਇੰਡੀਆ ਆਰਗੇਨਾਈਜੇਸ਼ਨ ਦੇ ਆ ਵੱਲੋਂ ਇਹ ਪ੍ਰੋਟੈਸਟ ਰੱਖਿਆ ਗਿਆ ਸੀਗਾ ਇਨ ਦੀ ਫੇਵਰ ਆਫ ਮਾਈਕਲਸ। ਸੋ ਵਿਊਅਰਸ ਨੂੰ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਇੰਨੇ ਲੋਕਾਂ ਦਾ ਜਿਹੜਾ ਸਪੋਰਟ ਮਿਲਿਆ ਹੈਗਾ ਅੱਜ? ਅਸੀਂ ਚਾਈਨੀਜ਼ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਮਾਈਕਲ ਦੋਨੋਂ ਕੈਨੇਡੀਅਨ ਅਨਲਾਫੁਲੀ ਫੜੇ ਹੋਏ ਆ ਉਹਨਾਂ ਨੂੰ ਇਮੀਡੀਏਟਲੀ ਰਿਲੀਜ਼ ਕਰਨ ਤੇ ਸਟਾਪ ਕਰਨ ਬੁਲਿੰਗ ਜੋ ਲਦਾਖ ਦੇ ਵਿੱਚ ਉਹ ਕਰ ਰਹੇ ਹੈਗੇ ਆ। ਜਿਹੜੇ ਸਾਡੇ ਉਹਨਾਂ ਨੇ 20 ਫੌਜੀ ਮਾਰੇ ਆ ਧੱਕੇ ਨਾਲ, ਹਰ ਕੰਟਰੀ ਦੇ ਵਿੱਚ ਉਹ ਆਪਣਾ ਧਾਂਕ ਜਮਾਉਣੀ ਚਾਹੁੰਦੇ ਆ। ਅੱਜ ਦੀ ਡੇਟ ਦੇ ਵਿੱਚ ਇਹ ਕੁਝ ਨਹੀਂ ਹੋਣਾ। ਅਸੀਂ ਸਟਰੋਂਗਲੀ ਕੰਡਮ ਕਰਦੇ ਆ ਚਾਈਨਾ ਦਾ ਅਟੈਕ ਜਿਹੜਾ ਉਹਨਾਂ ਨੇ ਇੰਡੀਆ ਲਦਾਖ 'ਚ ਕੀਤਾ, ਜੋ ਹਾਂਗਕਾਂਗ 'ਚ ਕਰ ਰਹੇ ਆ, ਜੋ ਤਾਇਵਾਨ 'ਚ ਕਰ ਰਹੇ ਆ, ਜੋ ਸਾਊਥ ਸੀ 'ਚ ਕਰ ਰਹੇ ਆ, ਜੋ ਵਾਇਰਸ ਪ੍ਰੋਡਿਊਸ ਕਰਕੇ ਕੈਨੇਡਾ, ਅਮਰੀਕਾ, ਵਰਲਡ ਵਾਈਡ ਜਿਹੜੇ ਦੁਨੀਆ ਦੇ ਗ੍ਰੇਟ 20 ਕੰਟਰੀ ਆ, ਸਭ ਤੋਂ ਵੱਧ ਵਾਇਰਸ ਉਹਨਾਂ ਕੰਟਰੀਆਂ 'ਚ ਫੈਕਟਡ ਆ। ਇਹ ਮੈਨ ਮੇਡ ਵਾਇਰਸ ਆ, ਇਹ ਵੁਹਾਨ ਦੀ ਲੈਬ 'ਚ ਤਿਆਰ ਕੀਤਾ ਗਿਆ ਵਾਇਰਸ ਆ। ਇਹ ਕੋਈ ਵੀ ਨੈਚੁਰਲ ਵਾਇਰਸ ਨਹੀਂ, ਕਿਉਂਕਿ ਪੂਅਰ ਕੰਟਰੀਆਂ 'ਚ ਤਾਂ ਇੰਨਾ ਇਫੈਕਟ ਕੀਤਾ ਨਹੀਂ। ਇਹ ਸਿਰਫ ਉਹਨਾਂ ਕੰਟਰੀਆਂ 'ਚ ਇਫੈਕਟ ਕੀਤਾ ਜਿਨ੍ਹਾਂ ਤੋਂ ਚਾਈਨਾ ਨੂੰ ਥ੍ਰੈਟ ਸੀ।
ਜਿਹੜੇ ਚਾਈਨਾ ਇਹਨਾਂ ਕੰਟਰੀਆਂ ਨੂੰ ਡਿਸਟਰੋਏ ਕਰਨ ਤੇ ਲੱਗਾ ਹੋਇਆ ਵਾ, ਇਸ ਕਰਕੇ ਉਹਨੇ ਉਹਨਾਂ ਕੰਟਰੀਆਂ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ ਹੈਗਾ। ਇਟ ਇਜ਼ ਮੈਨ ਮੇਡ ਵਾਇਰਸ, ਵੀ ਆਰ ਸਟਰੋਂਗਲੀ ਕੰਡਮ ਚਾਈਨੀਜ਼ ਦਿਸ virus, and because over worldwide they kill over 500,000 people, and you can see millions and millions are affected, and I don't know how many more gonna lost the life because of the Chinese virus. ਸੋ ਥੈਂਕ ਯੂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। Thank you. नमस्कार जी, मैं नीमा मनराज। आज 4 जुलाई को हमने जैसे कि आपको बताया था कि हम चाइनीज़ एम्बेसी के आगे प्रोटेस्ट करेंगे। हमारे साथ बहुत सारे भाई बहन हैं जो कि हांगकांग से हैं, तिब्बत से हैं, भारत से हैं। हम सारे मिलकर के चाइना का बॉयकॉट कर रहे हैं, चाइना का विरोध कर रहे हैं। हम चाहते हैं कि चाइना विश्व में शांति बनाए रखे। उसने हमारे 2 माइकल्स को पकड़ के रखा है, उन्हें फ्री करें। फ्री तिब्बत, फ्री माइकल्स। और भारत में जो उन्होंने हमारे सैनिकों को मार गिराया है, हम उसके लिए भी रोष प्रदर्शन कर रहे हैं। तो जो ये विरोध करना चाहते हैं, आज मिल करके हमारे साथ आएँ, मिल करके ये प्रदर्शन करें। धन्यवाद। My friends, my media colleagues, we are here today to protest against the Chinese atrocities. China is a global threat. It's more deadly, more fundamental, more dangerous, and it transcends the border more than coronavirus. Coronavirus has been unleashed on us. We don't blame anybody, but the way they handle the Communist Party of China, and in order to cover up, they are messing up with the world. They are betraying the democratic sentiments of the democratic world. We are in Canada, which is one of the best democratic countries. We are here from all the ethnic background, not only Indo-Canadian, Tibetan, Hong Kong, the born-up Canadians, and the people who are suffering under China, the dissidents, and the people from Taiwan, Macau, Japan, everybody is with us. This is a global protest, and it is the beginning of a global protest against China. I agree that we have an Indo-Canadian background. There was a Galwan Valley clash between Indian troops and Chinese troops. China is the biggest land mafia in the world. It has the problem with almost every democratic countries. It has the land border with lots of countries, including India, Vietnam, and Caucasian countries. But at the moment, the main problem is that China has arrested our 2 Michaels, Michael Spavor and Michael Kovrig. These were the diplomats. These were on charity mission, and we are in Canada. We are demanding the release of Indo-Canadians held illegally in the custody of Chinese government. And I want to assure with my Chinese colleagues, we are with the public of China. The Chinese community which are in Vancouver, which are in Canadian, are our brothers and sisters. We are against the tyrannical government of China. We are not against any ethnic community. That's why lots of ethnic Chinese are part and parcel of our protest. I encourage every democratic person to come and join this protest march. In a democracy, we have to be very vigilant. We have to be very aware. That's why we are telling you about Michaels who are in Chinese custody more than 600 days. They will get soon. So apathy of a citizen in democracy is more dangerous than the tyranny of a monarch in an oligarchy. Chinese rulers are tyrannical rulers. They are imposing upon everybody. We believe the believers. We are believers. We are with the Uyghur Muslims. We are with the Catholic and Protestant underground churches. We are with the Buddhist community. We are every suppressed minority in China. See, the Falun Gong people are also there, the other side. And the way they deal with the Falun Gong people, the tiny minority, is very miserable. So we stand for the minority. We stand for the democracy. And my last appeal, boycott China, back off China, be Canadian, buy Canadian. थैंक यू। इस वक्त ਜਿਹੜਾ ਚਾਈਨਾ ਹੈ ਜੀ ਉਹ
ਡੈਮੋਕ੍ਰੇਸੀ ਵਾਸਤੇ ਖਤਰਾ ਪੈਦਾ ਕਰ ਰਿਹਾ ਸਾਰੀ ਵਰਲਡ ਦੇ ਵਿੱਚ, ਜਿਨੇ ਅਨਲਾਫੁਲੀ they have detained our 2 diplomats, both Michaels, unlawfully, and they must be released unconditionally. ਇਸੇ ਤਰ੍ਹਾਂ ਉਹਨੇ ਹਿੰਦੁਸਤਾਨ ਦੇ ਵਿੱਚ ਕਬਜ਼ੇ ਕੀਤੇ ਹੈ, ਹਿੰਦੁਸਤਾਨ ਨੂੰ ਡਰਾਉਣਾ ਸ਼ੁਰੂ ਕੀਤਾ ਹੈ। ਉਹਨਾਂ ਦੇ 20 ਜਿਹੜੀ ਸਾਡੀ ਹਿੰਦੁਸਤਾਨ ਦੀ ਆਰਮੀ ਹੈ ਉਹਦੇ 20 ਸੋਲਜਰ ਮਾਰ ਦਿੱਤੇ ਹੈ, ਜਿਹੜੇ ਕਿ ਬਿਲਕੁਲ ਚਾਈਨਾ ਇਸ ਵੇਲੇ ਧੱਕਾ ਕਰ ਰਿਹਾ ਹੈ। ਔਰ ਇਸੇ ਤਰ੍ਹਾਂ ਤਿੱਬਤ ਦੀ ਲੈਂਡ ਹੈ ਜਿਹੜੀ ਉਹ ਕਿੰਨਿਆਂ ਸਾਲਾਂ ਤੋਂ ਉਹਨੇ ਕਬਜ਼ਾ ਕਰ ਰੱਖਿਆ, ਕਿੰਨੇ ਸਾਲਾਂ ਤੋਂ ਹਿੰਦੁਸਤਾਨ ਦੀ ਕਿੰਨੀ ਲੈਂਡ ਹੈ ਜਿਹੜੀ ਉਹਨੇ ਦਬਾ ਰੱਖੀ ਹੈ। ਹੁਣ ਇਸੇ ਤਰ੍ਹਾਂ ਚਾਈਨੀਜ਼ ਕਮਿਊਨਿਟੀ ਨਾਲ ਹਾਂਗਕਾਂਗ ਦੀ ਕਮਿਊਨਿਟੀ ਦੇ ਨਾਲ, ਤਿੱਬਤੀਅਨ ਦੇ ਨਾਲ, ਹਿੰਦੁਸਤਾਨੀਆਂ ਦੇ ਨਾਲ ਕਿਹਦੇ ਨਾਲ ਨਹੀਂ ਧੱਕਾ ਹੋ ਰਿਹਾ। ਤੋ ਅੱਜ ਅਸੀਂ ਸਾਰਿਆਂ ਨੇ ਰਲ ਮਿਲ ਕੇ, ਬਿਕੋਜ਼ ਕੈਨੇਡੀਅਨਸ ਆਰ ਪੀਸ ਲਵਿੰਗ ਸਿਟੀਜ਼ਨਸ, ਅਸੀਂ ਡੈਮੋਕ੍ਰੇਸੀ ਨੂੰ ਪਿਆਰ ਕਰਦੇ ਹਾਂ, ਅਸੀਂ ਸ਼ਾਂਤੀ ਨੂੰ ਪਿਆਰ ਕਰਦੇ ਹਾਂ, ਅਸੀਂ ਸ਼ਾਂਤੀ ਦਾ ਵਾਤਾਵਰਨ ਰੱਖਣਾ ਚਾਹੁੰਦੇ ਹਾਂ, ਅਸੀਂ ਸ਼ਾਂਤੀ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ। ਪਰ ਇਸ ਵਕਤ ਚਾਈਨਾ ਸਾਰੀ ਵਰਲਡ ਨੂੰ ਮਜਬੂਰ ਕਰ ਰਿਹਾ ਹੈ। ਉਹ ਐਸੇ ਆਈਲੈਂਡ ਸਾਊਥ ਓਸ਼ੀਅਨ ਦੇ ਵਿੱਚ ਕ੍ਰੀਏਟ ਕਰ ਰਿਹਾ ਹੈ, ਜਿਹੜੇ ਕਿ ਸਾਊਥ ਏਸ਼ੀਆ ਨੂੰ ਖਤਰਾ ਪੈਦਾ ਕਰ ਰਹੇ ਹੈ, ਜਿਹੜੇ ਕਿ ਬਿਲਕੁਲ ਮਨਜ਼ੂਰ ਨਹੀਂ ਕੀਤੇ ਜਾ ਸਕਦੇ। ਬਹੁਤ ਸਾਰੇ ਮੁਲਕ ਇਹਦੇ ਸਤਾਏ ਹੋਏ ਹੈ, ਬਹੁਤ ਸਾਰੇ ਮੁਲਕ ਇਸ ਵੇਲੇ ਖੜੇ ਹੈ। ਇਸੇ ਤਰ੍ਹਾਂ ਚਾਈਨਾ ਨੇ ਕਰੋਨਾ ਵਾਇਰਸ ਸਾਰੀ ਦੁਨੀਆ ਦੇ ਵਿੱਚ ਭੇਜਿਆ, ਜਿਹਦੇ ਨਾਲ ਕਿ ਅੱਜ ਸਾਰੀ ਦੁਨੀਆ ਇਸ ਤਰਾਸਦੀ ਦੇ ਵਿੱਚੋਂ ਲੰਘ ਰਹੀ ਹੈ ਕਿ ਜਿਸ ਦਾ ਕੋਈ ਇਲਾਜ ਨਹੀਂ ਹੈ। ਦੁਨੀਆ ਮਰਨ ਦੇ ਕਿਨਾਰੇ ਹੋਈ ਹੈ ਔਰ ਇਹ ਆਪਣੀ ਬੁਰਸ਼ਾਗਰਦੀ ਦੇ ਨਾਲ ਦੁਨੀਆ ਦੇ ਉੱਤੇ, ਹੋਰ ਦੇਸ਼ਾਂ ਦੇ ਉੱਤੇ ਅਨਲਾਫੁਲੀ ਕਬਜ਼ਾ ਕਰ ਰਿਹਾ ਹੈ, ਜਿਹੜਾ ਕਿ ਬਿਲਕੁਲ ਵੀ ਟੋਲਰੇਟ ਨਹੀਂ ਕੀਤਾ ਜਾਏਗਾ। ਔਰ ਇਸ ਦਾ ਜਵਾਬ ਵੀ ਇਸੇ ਤਰ੍ਹਾਂ ਸਾਰਿਆਂ ਰਲ ਮਿਲ ਕੇ ਦਿੱਤਾ ਜਾਏਗਾ। ਅੱਜ ਅਸੀਂ ਚਾਈਨੀਜ਼ ਕੌਂਸਲੇਟ ਜਨਰਲ ਦੇ ਸਾਹਮਣੇ ਸਾਰੀਆਂ ਕਮਿਊਨਿਟੀਆਂ ਨੇ ਰਲ ਮਿਲ ਕੇ ਇਹ ਪ੍ਰੋਟੈਸਟ ਲੌਂਚ ਕੀਤਾ ਤਾਂ ਕਿ ਚਾਈਨਾ इस गल दे उत्ते अवेयर होवे और चाइना अपना धक्का करना बंद करे। मेरा नाम गौरव है, मैं एक भारतीय कैनेडियन हूँ। भारत की सीमा तिब्बत के साथ लगती है, भारत की सीमा चाइना के साथ कतई नहीं लगती है। चाइना ने तिब्बत को कैप्चर किया है और उसके बाद में अब वो भारतीय सीमा के अंदर घुसना चाहता है। पाकिस्तान के साथ मिलकर के वो भारत में आतंक फैलाना चाहता है और कोरोना वायरस को उसने दुनिया में फैलाया है। लोन्स दे करके दुनिया में अलग अलग कंट्रीज़ की लैंड को ग्रैब करना और उनके एसेट्स को ग्रैब करना, ये चाइना की फितरत है। हम शी जिनपिंग का निंदा करते हैं और चाइना की निंदा करते हैं। हम लोग चाइनीज़ लोगों के साथ हैं, हम चाइनीज़ लोगों के अगेंस्ट नहीं हैं, लेकिन हम चाइनीज़ कम्युनिस्ट पार्टी के अगेंस्ट हैं जो कि दुनिया की लैंड को ग्रैब करना चाहती है। और हम चाहते हैं कि इस गवर्नमेंट को चेंज किया जाए वहाँ पर और वहाँ पर डेमोक्रेसी लाई जाए, जैसे कि हांगकांग में है, जैसे कि ताइवान में है। अगर चाइना को वापस आना है तो उसको अपने सिस्टम को डेमोक्रेटाइज करना पड़ेगा और डेमोक्रेसी के बिना यह दुनिया नहीं चल सकता। चाइना आतंकवादी देश है। बायकॉट चाइना, 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 फ्री बायकॉट, फ्री माइकल, फ्री माइकल, shame on China, 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 shame on China. We are here today to protest in favors of Michaels. We want Canadian Michaels back immediately. We are sending strong message to the Chinese government to release our Michaels. So we are demanding Michaels to be released soon. So please, we are requesting strongly and ask China to release Michaels immediately. That's what we are demanding today. So China is a bullying worldwide. China is bullying to the all countries now. So we are asking them to stop bullying immediately and release those Michaels who are handling unlawfully in China. So shame, shame China, shame, shame China, shame, shame China, shame, shame China. So now I am asking Tibetan president to speak. Just want to say, before 1959, the China came to. I'm from Tibetan community in Vancouver, and Tibetan people lives in India right now because China took over Tibet in 1959. Before 1959, China came to Tibet and told Tibetan people saying that China will help
with the economic, with the trade. But what they did is they took our country. So today we came here to tell China that we can't do like that to everyone. Bullying people, taking all their countries and everything too. So today I'm saying to China people, don't bully everyone. Tibet and every world is watching you. Just want to say that. Thank you. And I just want to say that thank you to the Indian community organizing this event. So good. Thank you. Ladies and gentlemen, I'm come from China. I'm not come from China. I come from Hong Kong. Hong Kong, I am not. part of China. I can tell you, Hong Kong people doesn't to China anymore. They are not even related. In 1997, Hong Kong went back to China. From that day, Hong Kong people suffering a lot for 23 years until today. And recently, everybody can read about the news from the media. The police in Hong Kong, they're under the control by China. They're killing at least 2,000 people of our youth in Hong Kong. So that's why we need everybody stand together, stop China bullying our world, bullying our people, bullying our all different nations, especially India and Hong Kong. So I come here to support the India, stand strong, to fight back to China, to kill China. Thank you. Just want to say a few words. Ray Yi, he's going to say about the Tibet, what's happening in Tibet. He's the Chinese guy, went to China and he saw what's happening in Tibet. So I just want to say Ray Yi to say a few words. Hi Ray, welcome. I will introduce Ray is one of the instrumental in organizing other Chinese community with us. I just want to point out, as Tenzin Gyimela said back here, I'm actually of ethnic Chinese origin. I went to Tibet in the early 90s and saw the reality there and all the People's Liberation Army soldiers that were everywhere. But things, as we know, since the 90s have gotten 100 times worse. Not just in Tibet, but everywhere. That we must remember that in 1949, with the birth of the Chinese Communist Party, 1949, we must remember their original sin. And what was that? The invasion of Tibet. Shame on China, back of China, shame on China. Tibet is not part of China. Tibet is not part of China. And since then, over almost 6,000 sacred monasteries have been destroyed. Thousands of Tibetans have been put in prison as political prisoners in similar resettlement camps and re-education camps that are happening to the poor Uyghurs today in East Turkestan. And also, the population control by the forced sterilization and abortion of women so that there's less Tibetan and Uyghur children, and that the Han Chinese start to take over both territories. And I just want to remind you, we are all wearing masks today, thank goodness. And Canada has learned to control this virus, but we must remember how it started. I fully agree with Jason Kenney in Alberta when he said, when this pandemic is over, there must be a great reckoning for China. Yes. Shame on China, shame on China. Boycott China. Boycott China. Why? Boycott China. Be Canadian. Buy Canadian. Be Canadian. Buy Canadian. Excellent, excellent. Why? Why? In December and January and February, was China hoarding masks and PPEs, protective equipment, goggles, when they did not fully disclose what was really happening? They hoarded over 2 billion masks. And guess what country had a shortage because of this hoarding? It was India and other places like India and Brazil. So we can't forget how conniving the Chinese have been. The Chinese government has been. I must be careful to distinguish. I'm Chinese myself. We must remember how conniving and how secretive they've been to hide this virus until they were ready themselves, and then they fully disclosed to the world and to the World Health Organization what was really going on.
And lastly, I want to say, as a Chinese person, I'm so thankful to live in a multicultural society with all of you, with Indians, with Uyghur Canadians, with Indian Canadians, with Hong Kong Canadians. We are so blessed because unfortunately, as some of you know, during this pandemic, there have been cases of racism against not just Chinese people, but anybody that kind of looked Asian, right? So my own mother and father-in-law were scolded for not wearing a mask. This is like back in January before anybody really knew what this is really all about. I've even had Tibetan friends say people have looked at them disapprovingly and walked out of the way across the street. So we must remember this campaign against the Chinese Communist Party is not a campaign against the Chinese people. Very true. We love Chinese. We love Chinese. But And I- down with PLA. Down with CPC. Excellent. Down with PLA. Down with CPC. And see this leader of Chinese. And last, He's Hitler. He's Hitler. Hitler. and lastly, I want to pick up on something this gentleman was shouting, which I love. Let's stop buying from China. Let's onshore and bring back our manufacturing so that we can employ ourselves, Canadians, because we have an unreliable trading partner in the Chinese Communist government. We know they're hoarding PPEs. We must reshore our healthcare, medical supplies, and our pharmaceuticals. And lastly, I want to thank Siddharth and Ashish and the other organizers here. Oh, Ashish, excellent. I wasn't clear. We only met on FaceTime a couple of days ago. I want to thank them for organizing this event, for inviting me as a representative of CTC. And let's also have let's lobby our MPs and our government to have a good Indo-Pacific trading partner with India rather than China. Thank you. Yeah, very good. My name is Ken. I'm from Hong Kong 40 years. I'm a proud Canadian. A proud Canadians, and you are proud Canadians. We are Canadians. We are here to condemn the CCP. Yeah. What they have done to Hong Kong, what they have done to the world. We are going to chant, condemn CCP. Yes. 1, 2, 3. Condemn CCP. Condemn CCP. Condemn CCP. Condemn CCP. One more thing. CCP. Before July the 1st, before the national law put on Hong Kong people can say everything they can say without breaking the law. Now everything they say is breaking the law. In Hong Kong, they say 光復香港時代革命 is to support Hong Kong people for freedom. Now they cannot say that because they will, if you say that, they will put in jail. So I'm here to ask you to help us, help Hong Kong people to chant this message. I will send this back to Hong Kong. Can I ask your help? Yes or no? Yes! We are with you. We are with you. Free Hong Kong. Free Tibet. Free Hong Kong. Free okay, Hong Kong. Please listen. Follow me. 光復香港。光復香港。光復香港。光復香港。時代革命。時代革命。時代革命。時代革命。One more time. 光復香港。光復香港。時代革命。時代革命。Thank you very much. This is only the beginning. We have to work together. Yeah, we are together. The national law in Hong Kong said, anyone in the world not in Hong Kong, if you say something bad to China, they can arrest you for life. Do you think it is, do you accept yes or no? Yes. No. Do you accept no? No. No. Thank you very much. Thank you. My name is John. I'm a Canadian citizen. Born in Vancouver. Very good. Welcome, Raised here. Welcome. I support people of Tibet. I support Hong Kong.
I support democracy. I support freedom. I do not support the CCP, evil relic of the 20th century, of the communist era. Communism is evil. We all learned that from the Soviets. We must do the same with the CCP. Shame on China. Hong Kong could be like Berlin and be what could bring down the CCP. Support Hong Kong freedom. Also, just to reiterate what one other speaker said about at the end of this pandemic, there has to be a reckoning with the CCP virus. It needs to be investigated, and the CCP needs to be held responsible in the courts of the world, international courts. They must be bankrupted. That will take down the CCP. Take their money, take their power. Long live freedom, democracy, Canada, and the Western style of democracy. So thank you. ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਕਿ ਜੋ ਚਾਈਨਾ ਦੇ ਵੱਲੋਂ ਸਾਡੇ ਜੋ ਮਾਈਕਲ ਫੜੇ ਹੋਏ ਉਹਨਾਂ ਨੇ ਜੋ ਧੱਕਾ ਹੋ ਰਿਹਾ ਉਹਨਾਂ ਨੂੰ ਛੇਤੀ ਤੋਂ ਛੇਤੀ ਛੱਡਿਆ ਜਾਣਾ ਚਾਹੀਦਾ ਕਿਉਂਕਿ ਜੋ ਕੈਨੇਡਾ ਦੇ ਵਿੱਚ ਜੋ ਡੈਮੋਕ੍ਰੈਟਿਕ ਸਿਸਟਮ ਆ ਜੋ ਜਸਟਿਸ ਸਿਸਟਮ ਆ ਉਸ ਤਰ੍ਹਾਂ ਦਾ ਸਿਸਟਮ ਦੇ ਨਾਲ ਉਹਨਾਂ ਦੇ ਉੱਪਰ ਮੁਕੱਦਮਾ ਨਹੀਂ ਚਲਾਇਆ ਜਾ ਰਿਹਾ ਸੋ ਇਹ ਜੋ ਧੱਕਾ ਇਸ ਵੇਲੇ ਚਾਈਨਾ ਦੀ ਗਵਰਨਮੈਂਟ ਸਾਡੇ ਕੈਨੇਡੀਅਨ ਸਿਟੀਜ਼ਨ ਦੇ ਨਾਲ ਕਰ ਰਹੀ ਹੈ ਇਹ ਅਸੀਂ ਪੁਰਜੋਰ ਡਿਮਾਂਡ ਕਰਦੇ ਹਾਂ ਆਪਣੇ ਸਾਰੇ ਫਰੈਂਡਸ ਆਫ ਇੰਡੀਆ ਅਤੇ ਹੋਰ ਜਿਹੜੀ ਸਾਡੀ ਕਮਿਊਨਿਟੀ ਹੈ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਤਾਂ ਕਿ ਜੋ ਦੋਨੋਂ ਦੇਸ਼ਾਂ ਦੇ ਜੋ ਰਿਲੇਸ਼ਨ ਆ ਜੋ ਸਬੰਧ ਆ ਉਹ ਜੋ ਪਹਿਲਾਂ ਇੱਕ ਬੜੇ ਅੱਛੇ ਤਰੀਕੇ ਨਾਲ ਚੱਲ ਰਹੇ ਸੀ ਉਸੇ ਹੀ ਤਰ੍ਹਾਂ ਚਾਈਨਾ ਅਤੇ ਕੈਨੇਡਾ ਦੋਨੋਂ ਹੀ ਦੇਸ਼ ਤਰੱਕੀ ਕਰ ਸਕਣ ਪਰ ਚਾਈਨਾ ਦੇ ਵੱਲੋਂ ਜੋ ਇਹ ਹੱਠ ਕੀਤਾ ਜਾ ਰਿਹਾ ਜੋ ਇਹ ਰੂਡਨੈਸ ਦਿਖਾਈ ਜਾ ਰਹੀ ਹੈ ਅਸੀਂ ਉਹਦੀ ਪੁਰਜੋਰ ਵਿਰੋਧਤਾ ਕਰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਜੋ ਸਾਰਾ ਇਕੱਠ ਹੋਇਆ ਉਸ ਇਕੱਠ ਨੂੰ ਦੇਖਦਿਆਂ ਹੋਇਆਂ ਅਤੇ ਕੈਨੇਡੀਅਨ ਗਵਰਨਮੈਂਟ ਵੱਲੋਂ ਜੋ ਡਿਮਾਂਡ ਕੀਤੀ ਜਾ ਰਹੀ ਹੈ ਉਹਨਾਂ ਉੱਪਰ ਚਾਈਨਾ ਜਿਹੜੀ ਗਵਰਨਮੈਂਟ ਆ ਉਹ ਗੌਰ ਕਰਕੇ ਤੇ ਸਾਡੇ ਜੋ ਇਨੋਸੈਂਟ ਜਿਹੜੇ ਉੱਥੇ ਕੈਨੇਡੀਅਨ ਸਿਟੀਜ਼ਨ ਫੜੇ ਆ ਉਹਨਾਂ ਨੂੰ ਛੱਡਿਆ ਜਾਊਗਾ ਥੈਂਕ ਯੂ ਜੀ Hi guys, my name is Vijay Kumar and thank you all for joining the protest against the Chinese atrocities here. And it is, as you know, Chinese government never listened to the people. So we are not here to just to make China listen, but the government of Canada to listen to the people of Canadian voice. It is just to make them aware that China is against people of the world. It's against democracy. So it's high time that the government listen to the voice of all the Canadians here who are from every community, be it from Hong Kong, be it from Tibet, and all India, and even from India and various countries. So again a request to the government of Canada to just go back to the basic and boycott the business from Canada, from the Chinese people, communities, and the Chinese country. So I would request a slogan to the government of Canada, not to the Chinese people, and boycott China! Boycott China! Boycott China! Boycott China! Boycott trade with China! Trade with China! Thank you guys. Hi guys, my name is Sarah Aujla and I'm from BC, Vancouver. 今日我好多謝大家嚟到呢度咁高貴嘅時，抽你咁高貴嘅時間，同我哋大家一齊。我哋希望呢兩個 Michael。中國會俾佢哋呢啲係無辜嘅，你唔可以咁樣you know 你會抽住佢哋，佢哋都有親戚，佢哋都有阿媽爸，你哋咁樣抽住佢冇用嘅。We want both Michaels to be get free from this. This is really insane for you guys to hold back these two guys for no reason. They are innocent. They did not do anything wrong. 我希望大家呢邊香港我嘅 last 嘅
上兩個禮拜我睇呢個電視睇到哇，香港就打死幾多嗰啲小朋友啊！You know what？我哋應該對方應該抽呢啲時間出嚟睇下呢啲細細嘅，唔應該咁樣你哋打殺，我哋會違抗呢啲我哋盡量會違抗，我哋違抗到你哋放嗰兩個 Michaels，唔該晒，拜拜。